ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਤੰਬਰ 19 ਨੂੰ ਐਕਸਪ੍ਰੈਸ ਐਂਟਰੀ ਦਾ ਇੱਕ ਤਾਜ਼ਾ ਡਰਾਅ ਕੱਢਿਆ। ਇਸ ਡਰਾਅ ਦੇ ਵਿੱਚ ਵੀ CRS ਸਕੋਰ ਕਾਫੀ ਉੱਪਰ ਤੱਕ ਰਿਹਾ, ਜਿਸ ਦੇ ਵਿੱਚ ਕੁੱਲ 3200 ਜਣਿਆਂ ਨੂੰ ਕੈਨੇਡਾ ਵਿੱਚ PR ਦੇ ਲਈ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ 531 ਤੱਕ ਘੱਟੋ ਘੱਟ CRS ਸਕੋਰ ਰਿਹਾ, ਜੋ ਕਿ ਕਾਫੀ ਉੱਪਰ ਸੀ। ਜੋ ਹੁਣ ਤੱਕ ਉਮੀਦ ਲਾਈ ਜਾ ਰਹੀ ਹੈ ਕਿ ਵੱਖੋ ਵੱਖਰੇ ਜੋ ਐਲਾਨ ਕੀਤੇ ਗਏ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਜੋ ਸਕਿੱਲਸ ਨੇ ਉਸ ਆਧਾਰ ਦੇ ਉੱਤੇ ਜਿਹੜੇ ਡਰਾਅ ਕੱਢੇ ਜਾ ਰਹੇ ਨੇ ਉਸ ਦੇ ਵਿੱਚ ਕਾਫੀ ਘੱਟ ਸਕੋਰ ਵੀ ਆ ਰਿਹਾ ਹੈ। ਪਰ ਜੋ ਐਕਸਪ੍ਰੈਸ ਐਂਟਰੀ ਦਾ ਆਮ ਵਰਗਾ ਡਰਾਅ ਕੱਢਿਆ ਜਾ ਰਿਹਾ ਹੈ ਉਸ ਦੇ ਵਿੱਚ ਸਕੋਰ ਇਸ ਸਮੇਂ 500 ਤੋਂ ਉੱਪਰ ਹੀ ਰਹਿ ਰਿਹਾ ਹੈ ਤੇ ਤਾਜ਼ਾ ਸਕੋਰ ਵੀ 531 ਤੱਕ ਰਿਹਾ ਹੈ, ਜਿਸ ਦੇ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਤੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਸਨ ਉਹਨਾਂ ਨੂੰ ਇਹ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ। ਇਸ ਤਰ੍ਹਾਂ ਲਈ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਸਤਰੀ ਸੈਂਟਰ ਤੋਂ ਲੋਕ ਸਭਾ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਕੌਮੀ ਸੁਰੱਖਿਆ ਦੇ ਲਈ ਐਸੋਸੀਏਟ ਮਿਨਿਸਟਰ ਤੇ ਸੇਵਾ ਮੁਕਤ ਫੌਜੀਆਂ ਦੇ ਮਾਮਲਿਆਂ ਦੇ ਮੰਤਰਾਲੇ ਵਿੱਚ ਪਾਰਲੀਮਾਨੀ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਜਿਵੇਂ ਕਿ ਸਾਲ 2015 ਤੋਂ ਲੋਕ ਸਭਾ ਮੈਂਬਰ ਵਜੋਂ ਰਣਦੀਪ ਸਿੰਘ ਸਰਾਏ ਸਤਰੀ ਸੈਂਟਰ ਤੋਂ ਚੁਣੇ ਗਏ, ਜਿਸ ਤੋਂ ਬਾਅਦ 2 ਵਾਰ ਹੋਰ ਉਹਨਾਂ ਨੂੰ ਜਿੱਤ ਮਿਲੀ ਤੇ ਲਗਾਤਾਰ 8 ਸਾਲ ਤੋਂ ਉਹ ਸਤਰੀ ਸੈਂਟਰ ਖੇਤਰ ਦੇ ਵਿੱਚ ਲੋਕ ਸਭਾ ਮੈਂਬਰ ਨੇ, ਜਿਨ੍ਹਾਂ ਕਿਹਾ ਕਿ ਪਾਰਲੀਮਾਨੀ ਸਕੱਤਰ ਦਾ ਅਹੁਦਾ ਮਿਲਣ ਦੇ ਉੱਤੇ ਉਹ ਧੰਨਵਾਦ ਕਰਦੇ ਨੇ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਵੈਟਰਨਸ ਦੇ ਲਈ ਕੰਮ ਕਰਨਗੇ ਤੇ ਨੈਸ਼ਨਲ ਡਿਫੈਂਸ ਵਿਭਾਗ ਦੇ ਮੈਂਬਰਸ ਦੇ ਲਈ ਵੀ, ਜਿਨ੍ਹਾਂ ਕਿਹਾ ਕਿ ਉਹ ਇਹਨਾਂ ਦੇ ਲਈ ਅਣਥੱਕ ਮਿਹਨਤ ਕਰਨ ਦਾ ਜਜ਼ਬਾ ਰੱਖਦੇ ਨੇ। ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਜੋ ਕੈਨੇਡਾ ਦੇ ਸਿਹਤ ਵਿਭਾਗ ਨੇ ਮਾਪਿਆਂ ਦੇ ਵਾਸਤੇ ਚੇਤਾਵਨੀ ਜਾਰੀ ਕੀਤੀ ਹੈ। ਖਾਸ ਤੌਰ ਦੇ ਉੱਤੇ ਇੱਕ ਸਿੱਪਰ ਨੇ ਜਿਨ੍ਹਾਂ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕਪਕਿਨ ਬ੍ਰਾਂਡ ਦੇ ਸਿੱਪਰ ਜਿਨ੍ਹਾਂ ਦੇ ਵੱਲੋਂ ਵਰਤੇ ਜਾ ਰਹੇ ਨੇ ਉਹਨਾਂ ਲਈ ਇਹ ਜਾਣਕਾਰੀ ਅਹਿਮ ਹੈ, ਜਿਸ ਦੇ ਵਿੱਚ ਇਹਨਾਂ ਸਿੱਪਰਸ ਦੇ ਉੱਤੇ ਰੋਕ ਲਾਈ ਗਈ ਹੈ। ਰੀਕਾਲ ਦਾ ਐਲਾਨ ਕੀਤਾ ਗਿਆ ਹੈ। ਜੇਕਰ ਤੁਹਾਡੇ ਬੱਚੇ ਇਸ ਦੀ ਵਰਤੋਂ ਕਰ ਰਹੇ ਨੇ, ਤੁਸੀਂ ਆਪਣੇ ਬੱਚਿਆਂ ਦੇ ਲਈ ਇਹ ਸਿੱਪਰ ਲਏ ਨੇ ਤਾਂ ਤੁਰੰਤ ਇਹਨਾਂ ਨੂੰ ਵਰਤਣਾ ਬੰਦ ਕਰ ਦਿੱਤਾ ਜਾਵੇ, ਕਿਉਂਕਿ ਇਹ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ। ਹੈਲਥ ਕੈਨੇਡਾ ਦੇ ਵੱਲੋਂ ਸੋਮਵਾਰ ਨੂੰ ਹੀ ਰੀਕਾਲ ਨੋਟਿਸ ਇਸ ਦੇ ਲਈ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਲਿਖਿਆ ਗਿਆ ਕਿ ਡਬਲ ਵਾਲ ਸਟੇਨਲੈਸ ਸਟੀਲ ਸਿੱਪਰਸ ਦੇ ਵਿੱਚ ਖਤਰਨਾਕ ਲੈਡ ਧਾਤ ਵੀ ਮੌਜੂਦ ਪਾਈ ਗਈ ਹੈ, ਜੋ ਕਿ ਕਾਫੀ ਹਾਨੀਕਾਰਕ ਹੈ ਬੱਚਿਆਂ ਦੀ ਸਿਹਤ ਲਈ, ਜੋ ਕਿ ਇੱਕ ਜ਼ਹਿਰ ਦਾ ਕੰਮ ਕਰਦਾ ਹੈ ਤੇ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ, ਜਿਸ ਦੇ ਬਾਰੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਤੇ ਇਸ ਸਮੇਂ ਜੋ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਸ ਸਿੱਪਰ ਦੀ ਜੇਕਰ ਵਰਤੋਂ ਕਰਦੇ ਹੋ ਤਾਂ ਬੱਚੇ ਦੇ ਇਮਿਊਨ ਸਿਸਟਮ ਤੇ ਸਿੱਧਾ ਇਸ ਦਾ ਅਸਰ ਪੈਂਦਾ ਹੈ ਤੇ ਜੋ ਇਸ ਦੇ ਵਿੱਚ ਲੈਡ ਦੀ ਮੌਜੂਦਗੀ ਪਾਈ ਗਈ ਹੈ, ਜਿਸ ਦੇ ਨਾਲ ਅਨੀਮੀਆ, ਦਸਤ ਤੇ ਅਜਿਹੀਆਂ ਹੋਰ ਗੰਭੀਰ ਬਿਮਾਰੀਆਂ ਤੇ ਸਿਹਤ ਪਰੇਸ਼ਾਨੀਆਂ ਦਾ ਬੱਚੇ ਸਾਹਮਣਾ ਕਰ ਸਕਦੇ ਨੇ, ਜਿਸ ਦੇ ਵਿੱਚ ਜੇਕਰ ਬੱਚਾ ਪਹਿਲਾਂ ਤੋਂ ਹੀ ਕਿਸੇ ਹੋਰ ਬਿਮਾਰੀ ਦੀ ਲਪੇਟ ਵਿੱਚ ਹੋਵੇ ਤਾਂ ਇਸ ਦੇ ਵਿੱਚ ਉਸਦੀ ਜਾਨ ਵੀ ਜਾ ਸਕਦੀ ਹੈ, ਜੋ ਉਸ ਦੇ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਜਿਸ ਦੇ ਵਿੱਚ ਕਿਹਾ ਗਿਆ ਕਿ ਕਪਕਿਨ ਜੋ 236.6 ml ਤੇ 354.9 ml ਦੀ ਪੈਕਿੰਗ ਹੈ ਇਹਨਾਂ ਦੀ, ਜੋ ਕਿ 12 ਵੱਖੋ-ਵੱਖ ਰੰਗਾਂ ਦੇ ਵਿੱਚ ਮੌਜੂਦ ਨੇ ਤੇ ਇਹਨਾਂ ਵਿੱਚ ਨਾਲ ਦੇ ਹੀ ਰੰਗਾਂ ਦੀਆਂ ਸਟ੍ਰੋਜ਼ ਵੀ ਨੇ, ਜਿਸ ਦੇ ਲਈ ਕਿਹਾ ਗਿਆ ਹੈ ਕਿ ਚੀਨ ਦੇ ਵਿੱਚ ਇਹ ਸਿੱਪਰ ਬਣਦੇ ਨੇ ਤੇ ਜਨਵਰੀ 2018 ਤੋਂ ਲੈ ਕੇ ਮਾਰਚ 2023 ਤੱਕ ਕੈਨੇਡਾ ਦੇ ਵਿੱਚ ਵੇਚੇ ਗਏ ਨੇ, ਜਿਸ ਤੋਂ ਬਾਅਦ ਇਸ ਦੇ ਉੱਤੇ ਰੋਕ ਹੁਣ ਲਾ ਦਿੱਤੀ ਗਈ ਹੈ। ਜਿਸ ਦੇ ਲਈ ਇਹ ਵੀ ਦੱਸਿਆ ਗਿਆ ਹੈ ਕਿ ਹੁਣ ਤੱਕ ਕਰੀਬ ਦਰਜਨ ਹੀ ਇਹ ਕੈਨੇਡਾ ਦੇ ਵਿੱਚ ਵਿਕੇ ਨੇ ਤੇ ਇਸ ਸੰਬੰਧੀ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆ ਰਹੀ ਹੋਵੇ, ਜੇਕਰ ਕੋਈ ਬਿਮਾਰ ਵੀ ਮਹਿਸੂਸ ਕਰ ਰਿਹਾ ਹੋਵੇ, ਆਪਣੇ ਬੱਚੇ ਦੀ ਸਿਹਤ ਵੱਲ ਧਿਆਨ ਦਿੱਤਾ ਜਾਵੇ ਇਸ ਦੀ ਵਰਤੋਂ ਤੋਂ ਬਾਅਦ, ਤਾਂ ਤੁਰੰਤ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤੇ ਨਾਲ ਹੀ ਕਪਕਿਨ ਕੰਪਨੀ ਤੋਂ ਤੁਸੀਂ ਇਹਨਾਂ ਦੇ ਲਈ ਰੀਫੰਡ ਵੀ ਲੈ ਸਕਦੇ ਹੋ ਤੇ ਇਹਨਾਂ ਦੀ ਵਰਤੋਂ ਤੁਰੰਤ ਬੰਦ ਕਰਦੇ ਹੋਏ ਇਹਨਾਂ ਨੂੰ ਸੁੱਟ ਦਿੱਤਾ ਜਾਵੇ। ਤਾਂ ਅਗਲੀ ਖਬਰ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਇਸ ਹਫਤੇ ਦੇ ਅਖੀਰ ਤੇ ਕੈਨੇਡਾ ਆ ਸਕਦੇ ਨੇ ਤੇ ਸੰਸਦ ਨੂੰ ਵੀ ਸੰਬੋਧਨ ਕਰ ਸਕਦੇ ਨੇ, ਜਿਸ ਦੀਆਂ ਚਰਚਾਵਾਂ ਨੇ। ਮਿਲੀ ਜਾਣਕਾਰੀ ਮੁਤਾਬਕ ਜ਼ੈਲੈਂਸਕੀ ਦੇਰ ਰਾਤ ਵੀਰਵਾਰ ਨੂੰ ਕੈਨੇਡਾ ਦੇ ਵਿੱਚ ਪਹੁੰਚਣਗੇ ਤੇ ਅਗਲੇ ਦਿਨ ਸ਼ੁੱਕਰਵਾਰ ਦੀ ਸਵੇਰ ਨੂੰ ਪਾਰਲੀਮੈਂਟ ਦੇ ਵਿੱਚ ਭਾਸ਼ਣ ਵੀ ਦੇਣਗੇ। ਇਸ ਤੋਂ ਬਾਅਦ ਉਹ ਟੋਰਾਂਟੋ ਵੀ ਜਾਣਗੇ ਤੇ ਦੇਸ਼ ਦੇ ਵਿੱਚ ਤਕਰੀਬਨ ਪੂਰਾ ਦਿਨ ਰੁਕਣਗੇ। ਰੂਸ ਦੇ ਵੱਲੋਂ ਫਰਵਰੀ 2022 ਦੇ ਵਿੱਚ ਯੂਕਰੇਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਜ਼ੈਲੈਂਸਕੀ ਦੀ ਇਹ ਪਹਿਲੀ ਕੈਨੇਡਾ ਫੇਰੀ ਹੈ। ਵਾਸ਼ਿੰਗਟਨ DC ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੰਗਲਵਾਰ ਨੂੰ ਮੁਲਾਕਾਤ ਤੋਂ ਬਾਅਦ ਜ਼ੈਲੈਂਸਕੀ ਦੀ ਕੈਨੇਡਾ ਫੇਰੀ ਸ਼ੁਰੂ ਹੋਵੇਗੀ। ਤੁਹਾਨੂੰ ਸਾਰਿਆਂ ਨੂੰ ਇਹ ਵੀ ਯਾਦ ਹੋਣਾ ਕਿ ਬੀਤੇ ਸਾਲ ਮਾਰਚ 2022 ਦੇ ਵਿੱਚ ਜ਼ੈਲੈਂਸਕੀ ਨੇ ਵਰਚੁਅਲ ਭਾਸ਼ਣ ਵੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਦਿੱਤਾ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ, ਜਿਸ ਦੇ ਵਿੱਚ ਯੂਕਰੇਨ ਤੇ ਰੂਸ ਵੱਲੋਂ ਹੋ ਰਹੇ ਹਮਲੇ ਦਾ ਜ਼ਿਕਰ ਕੀਤਾ ਗਿਆ ਸੀ ਤੇ ਸਾਰੀ
ਜਾਣਕਾਰੀ ਉੱਥੋਂ ਦੀ ਦਿੱਤੀ ਗਈ ਸੀ। ਕੈਨੇਡੀਅਨ ਲੋਕਾਂ ਨੂੰ ਜ਼ੈਲੈਂਸਕੀ ਇਸ ਗੱਲ ਤੋਂ ਰੂਬਰੂ ਕਰਵਾਉਣਗੇ ਕਿ ਕਿਸ ਤਰ੍ਹਾਂ ਉਹਨਾਂ ਦਾ ਦੇਸ਼ ਜੰਗ ਦੀ ਥਕਾਵਟ ਨੂੰ ਦੂਰ ਕਰਕੇ ਆਪਣੇ ਵਿੱਚ ਇਕਜੁੱਟਤਾ ਬਰਕਰਾਰ ਰੱਖਣ ਦੇ ਲਈ ਰੂਸ ਦੇ ਖਿਲਾਫ ਲੜਾਈ ਲੜ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦਾ ਕਹਿਣਾ ਹੈ ਕਿ ਰੂਸ ਦਾ ਸਿਰਫ ਇੱਕੋ ਟੀਚਾ ਹੈ, ਉਹਨਾਂ ਦੀ ਜ਼ਮੀਨ, ਉਹਨਾਂ ਦੇ ਲੋਕਾਂ ਦੀਆਂ ਜਾਨਾਂ ਲੈਣੀਆਂ ਤੇ ਉਹਨਾਂ ਦੇ ਸਾਧਨਾਂ ਨੂੰ ਹੋਰਾਂ ਖਿਲਾਫ ਹਥਿਆਰ ਦੇ ਵਿੱਚ ਵਰਤਣਾ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਹੈ, ਜਿਸ ਦੇ ਲਈ ਉਹ ਇਸ ਦਾ ਵਿਰੋਧ ਕਰਦੇ ਨੇ। ਜ਼ਿਕਰਯੋਗ ਹੈ ਕਿ ਕੈਨੇਡਾ ਹੁਣ ਤੱਕ ਯੂਕਰੇਨ ਦੀ ਇਸ ਜੰਗ ਦੌਰਾਨ ਕਈ ਅਰਬ ਡਾਲਰ ਤੱਕ ਦੀ ਮਦਦ ਕਰ ਚੁੱਕਿਆ ਤੇ ਇਹ ਮਦਦ ਹਜੇ ਵੀ ਜਾਰੀ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ। ਲਗਾਤਾਰ ਵੱਧ ਰਹੀ ਮਹਿੰਗਾਈ ਆਮ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਰਹੀ ਹੈ। ਅਗਸਤ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 4% ਦਰਜ ਕੀਤੀ ਗਈ। ਇਹ ਵਾਧਾ ਮੁੱਖ ਰੂਪ ਦੇ ਵਿੱਚ ਗੈਸੋਲੀਨ ਦੀ ਕੀਮਤ ਦੇ ਵਿੱਚ ਆਈ ਤੇਜ਼ੀ ਦੇ ਕਰਕੇ ਦਰਜ ਕੀਤਾ ਗਿਆ। ਸਟੈਟਸ ਕੈਨੇਡਾ ਦੇ ਮੰਗਲਵਾਰ ਨੂੰ ਜਾਰੀ ਹੋਏ ਅੰਕੜਿਆਂ ਮੁਤਾਬਕ ਮਹਿੰਗਾਈ ਵਿੱਚ 0.7% ਅੰਕਾਂ ਦਾ ਵਾਧਾ ਹੋਇਆ। ਜਨਵਰੀ ਤੋਂ ਬਾਅਦ ਪਹਿਲੀ ਵਾਰ ਗੈਸੋਲੀਨ ਦੀ ਕੀਮਤ ਦੇ ਵਿੱਚ ਸਾਲਾਨਾ ਦਰ 'ਚ ਵਾਧਾ ਹੋਇਆ। ਇਕੱਲੇ ਅਗਸਤ ਮਹੀਨੇ ਦੇ ਵਿੱਚ ਹੀ ਗੈਸ ਦੀ ਕੀਮਤ 4.6% ਤੱਕ ਵਧੀ ਹੈ ਤੇ ਪਿਛਲੇ ਸਾਲ ਦੀ ਤੁਲਨਾ ਮੁਤਾਬਕ ਇਹ 0.8% ਦਾ ਵਧੇਰੇ ਵਾਧਾ ਦਰਜ ਕੀਤਾ ਗਿਆ ਹੈ। ਗੈਸ ਦੀ ਕੀਮਤ ਦਾ ਸਮੁੱਚੀ ਮਹਿੰਗਾਈ ਦਰ ਦੇ ਉੱਤੇ ਕਾਫੀ ਪ੍ਰਭਾਵ ਪੈਂਦਾ ਹੈ, ਕਿਉਂਕਿ ਗੈਸ ਦੀ ਵਧੀ ਕੀਮਤ ਉਤਪਾਦਨ ਤੋਂ ਲੈ ਕੇ ਆਵਾਜਾਈ ਤੱਕ ਹਰ ਚੀਜ਼ ਦੀ ਲਾਗਤ ਨੂੰ ਪ੍ਰਭਾਵਿਤ ਕਰਦੀ ਹੈ। ਅਗਸਤ ਦੌਰਾਨ ਰਿਹਾਇਸ਼ ਦੀ ਲਾਗਤ ਦੇ ਵਿੱਚ ਵੀ 6% ਦਾ ਵਾਧਾ ਦਰਜ ਕੀਤਾ ਗਿਆ ਹੈ। ਜਨਵਰੀ ਦੇ ਵਿੱਚ ਇਹ ਦਰ 5.1% ਸੀ। ਰਿਹਾਇਸ਼ ਦੇ ਵਿੱਚ ਸਭ ਤੋਂ ਵੱਡਾ ਅਕਹਿਰਾ ਕਾਰਨ ਕਿਰਾਇਆਂ ਦਾ ਵਾਧਾ ਦਰਜ ਕੀਤਾ ਗਿਆ ਹੈ ਕਿ ਘਰਾਂ ਦੇ ਕਿਰਾਏ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵੱਧ ਹੋਏ ਨੇ। ਅਗਸਤ ਦੌਰਾਨ ਕੈਨੇਡਾ ਭਰ ਦੇ ਵਿੱਚ ਔਸਤਨ ਕਿਰਾਏ ਵਿੱਚ 6.5% ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਗੇਜ ਵਿਆਜ ਦਰ ਦੀ ਲਾਗਤ ਦੇ ਵਿੱਚ ਵੀ ਅਗਸਤ ਦੌਰਾਨ 2.7% ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਹੁਣ ਮਾਰਗੇਜ ਲਾਗਤ ਦੇ ਵਿੱਚ ਇਸ ਸਾਲ ਦਾ ਵਾਧਾ ਕਰੀਬ 30.9% ਤੱਕ ਪਹੁੰਚ ਗਿਆ ਹੈ। ਤਾਂ ਉਧਰ ਭੋਜਨ ਦੀ ਕੀਮਤ ਦੇ ਵਿੱਚ ਵਾਧੇ ਦੀ ਦਰ ਭਾਵੇਂ ਸਮੁੱਚੀ ਮਹਿੰਗਾਈ ਤੋਂ ਕਿਤੇ ਵੱਧ 6.9% ਦਰਜ ਕੀਤੀ ਗਈ ਹੈ, ਪਰ ਹਾਲੀਆ ਮਹੀਨਿਆਂ ਦੇ ਵਿੱਚ 11% ਦਰ ਤੋਂ ਘੱਟ ਰਹੀ ਹੈ। ਜਨਵਰੀ 2022 ਤੋਂ ਬਾਅਦ ਭੋਜਨ ਕੀਮਤ ਦੇ ਵਿੱਚ ਇਹ ਸਭ ਤੋਂ ਹੌਲੀ ਸਾਲਾਨਾ ਵਿਕਾਸ ਦਰ ਹੈ। ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਭੋਜਨ ਦੀ ਕੀਮਤ ਦੇ ਵਿੱਚ ਦਰਅਸਲ 4% ਦੀ ਗਿਰਾਵਟ ਆਈ ਹੈ। ਮਹਿੰਗਾਈ ਦੇ ਵਿੱਚ ਵਾਧਾ ਬੈਂਕ ਆਫ ਕੈਨੇਡਾ ਦੇ ਲਈ ਬੁਰੀ ਖਬਰ ਹੋ ਸਕਦਾ ਹੈ, ਜੋ ਲੰਮੇ ਸਮੇਂ ਤੋਂ ਮਹਿੰਗਾਈ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਵਿਆਜ ਦਰਾਂ ਵਿੱਚ ਵਾਧੇ ਕਰਦਾ ਆ ਰਿਹਾ ਹੈ। ਹਾਲਾਂਕਿ ਸਤੰਬਰ ਵਿੱਚ ਬੈਂਕ ਨੇ ਵਿਆਜ ਦਰ 5% ਤੇ ਬਰਕਰਾਰ ਰੱਖੀ ਹੈ। ਬੈਂਕ ਆਫ ਕੈਨੇਡਾ ਦਾ ਵਿਆਜ ਦਰ ਦੇ ਬਾਰੇ ਅਗਲਾ ਫੈਸਲਾ 25 ਅਕਤੂਬਰ ਨੂੰ ਆਉਣਾ ਹੈ, ਜਿਸ ਵਾਸਤੇ ਕੈਨੇਡਾ ਵਾਸੀਆਂ ਨੂੰ ਮੁੜ ਤੋਂ ਮਾਹਰਾਂ ਦੇ ਵੱਲੋਂ ਤਿਆਰ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਬੀਤੇ ਸ਼ਨੀਵਾਰ ਰਾਤ ਨੂੰ ਇੱਕ 38 ਸਾਲ ਦੇ ਪੰਜਾਬੀ ਹਰਿੰਦਰ ਸਿੰਘ ਸਹੋਤਾ ਨੇ ਕਾਫੀ ਹੁੜਦੰਗ ਮਚਾਇਆ। ਇਸ ਸ਼ਖਸ ਨੇ ਘੱਟੋ ਘੱਟ 8 ਹਿੱਟ ਐਂਡ ਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ। RCMP ਨੇ ਕਿਹਾ ਕਿ ਉਹਨਾਂ ਨੂੰ ਸ਼ਨੀਵਾਰ ਦੀ ਰਾਤ 10:30 ਵਜੇ ਦੇ ਨੇੜੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤੇ ਪਤਾ ਲੱਗਿਆ ਕਿ ਇੱਕ ਵਿਅਕਤੀ ਕਿਸੇ ਰਿਹਾਇਸ਼ ਦੇ ਵਿੱਚ ਦਾਖਲ ਹੋਇਆ ਤੇ ਉੱਥੇ ਇੱਕ ਵਾਹਨ ਦੇ ਵਿੱਚ ਫਰਾਰ ਹੋਣ ਤੋਂ ਪਹਿਲਾਂ ਰਿਹਾਇਸ਼ ਦੇ ਅੰਦਰ ਮੌਜੂਦ ਲੋਕਾਂ ਦੇ ਨਾਲ ਕੁੱਟਮਾਰ ਵੀ ਉਸਨੇ ਕੀਤੀ। ਸਰੀ RCMP ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਨੇ। ਇਸ ਸਭ ਦੌਰਾਨ ਜਦੋਂ ਪੁਲਿਸ ਮੌਕੇ ਦੇ ਉੱਤੇ ਲੋਕਾਂ ਦੇ ਨਾਲ ਘਟਨਾ ਦੇ ਬਾਰੇ ਪੁੱਛਗਿੱਛ ਕਰ ਰਹੀ ਸੀ ਤਾਂ ਉਹਨਾਂ ਨੂੰ ਹੀ ਸ਼ੱਕੀ ਮੁਲਜ਼ਮ ਮੁੜ ਉਸੇ ਇਲਾਕੇ ਦੇ ਵਿੱਚ ਵਾਹਨ ਤੇ ਆਉਂਦਾ ਦਿਖਾਈ ਦਿੱਤਾ ਤੇ ਉਸ ਮੁਲਜ਼ਮ ਨੇ ਗੱਡੀਆਂ ਨੂੰ ਟੱਕਰ ਵੀ ਆਪਣੇ ਵਾਹਨ ਦੇ ਨਾਲ ਮਾਰੀ ਤੇ ਉੱਥੇ ਤੋਂ ਫਰਾਰ ਹੋ ਗਿਆ, ਜਿਸ ਤੋਂ ਕੁਝ ਹੀ ਸਮੇਂ ਬਾਅਦ ਪੁਲਿਸ ਨੂੰ 911 ਤੇ ਹਿੱਟ ਐਂਡ ਰਨ ਸੰਬੰਧੀ ਕਈ ਸ਼ਿਕਾਇਤਾਂ ਮਿਲੀਆਂ। RCMP ਤੋਂ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੇ ਅਫਸਰਾਂ ਨੂੰ ਵੱਖੋ ਵੱਖਰੇ ਲੋਕਾਂ ਦੇ ਵੱਖੋ ਵੱਖਰੀਆਂ ਥਾਵਾਂ ਤੋਂ ਹਾਦਸਿਆਂ ਦੇ ਬਾਰੇ ਜਾਣਕਾਰੀਆਂ ਮਿਲ ਰਹੀਆਂ ਸਨ। ਇਹਨਾਂ ਹਾਦਸਿਆਂ ਦੇ ਵਿੱਚ ਇੱਕ ਵਾਹਨ ਨੂੰ ਟੱਕਰ ਵੱਜੀ ਹੋਈ ਸੀ, ਜਿਸ ਦੇ ਵਿੱਚ 3 ਜਣੇ ਮੌਜੂਦ ਵੀ ਸਨ। ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਪੂਰੀ ਹੀ ਪਲਟ ਗਈ। ਗੱਡੀ ਦੇ ਵਿੱਚ ਮੌਜੂਦ 3 ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਸੀ ਪਰ ਹੁਣ ਖਤਰੇ ਤੋਂ ਬਾਹਰ ਦੱਸੀ ਗਈ ਹੈ। ਗੱਡੀਆਂ ਨੂੰ ਟੱਕਰ ਮਾਰਨ ਵਾਲਾ ਹਰਿੰਦਰ ਸਿੰਘ ਸਹੋਤਾ ਇਸ ਘਟਨਾ ਤੋਂ ਬਾਅਦ ਵੀ ਰੁਕਿਆ ਨਹੀਂ ਤੇ ਥੋੜੀ ਦੇਰ ਬਾਅਦ ਮੁੜ ਜਾਣਕਾਰੀ ਮਿਲੀ ਕਿ 8200 ਬਲਾਕ ਤੇ 128 ਸਟਰੀਟ ਦੇ ਉੱਤੇ ਇੱਕ ਗੱਡੀ ਨੂੰ ਅੱਗ ਲੱਗੀ ਹੋਈ ਹੈ। ਡਰਾਈਵਰ ਘਟਨਾ ਸਥਾਨ ਦੇ ਉੱਤੇ ਮੌਜੂਦ ਨਹੀਂ ਸੀ, ਪਰ ਥੋੜੇ ਸਮੇਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਹੁਣ ਹਰਿੰਦਰ ਸਿੰਘ ਸਹੋਤਾ ਖਿਲਾਫ ਵੱਖੋ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਕੀਤੇ ਨੇ ਤੇ ਆਉਂਦੀ 20 ਸਤੰਬਰ ਨੂੰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਅਗਲੀ ਖਬਰ ਹੈ, ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਫਰਾਡ ਬਿਊਰੋ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਉੱਤੇ ਕਈ ਫਰਾਡ ਦੇ ਮਾਮਲੇ ਦਰਜ ਕੀਤੇ ਗਏ ਨੇ। ਨਵੰਬਰ 2020 ਤੋਂ ਲੈ ਕੇ ਹੁਣ ਤੱਕ ਕਈ ਫਰਾਡ ਜਿਨ੍ਹਾਂ ਨੂੰ ਉਹ ਅੰਜਾਮ ਦੇ ਚੁੱਕਿਆ ਹੈ, ਜਿਸ ਵਾਸਤੇ ਪੀਲ ਪੁਲਿਸ ਦੇ ਅਧਿਕਾਰੀਆਂ ਨੇ ਮੂਜ਼ਜੌ, ਸਸਕੈਚੁਅਨ,
ਬ੍ਰਿਜਵਾਟਰ, ਨੋਵਾ ਸਕੋਸ਼ੀਆ, ਥੰਡਰ ਬੇ ਓਨਟਾਰੀਓ, ਟਿਮਿਨਸ ਓਨਟਾਰੀਓ, ਇਨ੍ਹਾਂ ਥਾਵਾਂ ਦੇ ਅਧਿਕਾਰੀਆਂ ਦੇ ਨਾਲ ਵੀ ਮਿਲ ਕੇ ਕੰਮ ਕੀਤਾ ਹੈ, ਜਿਸ ਤੋਂ ਬਾਅਦ ਕਈ ਪੀੜਤ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਇਹ ਵਿਅਕਤੀ ਸੰਪਰਕ ਕਰਦਾ ਸੀ ਕਿ ਉਹਨਾਂ ਦੀ ਲੋਟਰੀ ਨਿਕਲੀ ਹੈ ਕਈ ਲੱਖ ਡਾਲਰ ਦੀ, ਤੇ ਉਸ ਲੋਟਰੀ ਦੀ ਰਕਮ ਨੂੰ ਲੈਣ ਲਈ ਪਹਿਲਾਂ ਉਹਨਾਂ ਨੂੰ ਟੈਕਸ ਭਰਵਾਉਣਾ ਪਵੇਗਾ, ਤੇ ਉਸ ਟੈਕਸ ਦੀ ਰਕਮ ਵਿੱਚ ਉਹ ਫਰਾਡ ਨਾਲ ਰਕਮ ਠੱਗ ਲੈਂਦਾ ਸੀ ਤੇ ਕਈ ਲੋਕਾਂ ਨੂੰ ਉਸਨੇ ਇਸ ਦਾ ਸ਼ਿਕਾਰ ਬਣਾਇਆ, ਜੋ ਕਿ ਬਰੈਂਪਟਨ ਦਾ ਰਹਿਣ ਵਾਲਾ 60 ਸਾਲਾ ਕਲਾਈਵ ਲੋਥੀਅਨ ਨਾਮਕ ਵਿਅਕਤੀ ਹੈ, ਜਿਸ ਦੇ ਉੱਤੇ ਜਿਵੇਂ ਕਿ ਕਈ ਕੇਸ ਦਰਜ ਕੀਤੇ ਗਏ ਨੇ, ਜਿਸ ਨੂੰ ਕੁਝ ਸ਼ਰਤਾਂ ਦੇ ਉੱਤੇ ਫਿਲਹਾਲ ਛੱਡ ਤਾਂ ਦਿੱਤਾ ਗਿਆ, ਪਰ ਉਸ ਦੀ ਬਰੈਂਪਟਨ ਦੇ ਵਿੱਚ ਹੀ ਅਦਾਲਤ ਵਿੱਚ ਪੇਸ਼ੀ ਹੋਣੀ ਹੈ, ਜਿਸ ਨੂੰ ਕਿ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਬਰੈਂਪਟਨ 'ਚ ਅਕਤੂਬਰ 16, 2023 ਦੇ ਦਿਨ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹੋਰ ਜਾਣਕਾਰੀ ਸਾਂਝੀ ਕਰਨਗੇ ਤੇ ਇਸ ਦੇ ਨਾਲ ਹੀ ਫਰਾਡ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਸਮੇਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕਿਸੇ ਦੇ ਵੱਲੋਂ ਵੀ ਫੋਨ ਕਰਕੇ ਜੇਕਰ ਜਾਂ ਈਮੇਲ ਜਾਂ ਟੈਕਸਟ ਕਰਕੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਲੋਟਰੀ ਜਿੱਤੀ ਹੈ ਤੇ ਕੋਈ ਰਕਮ ਪਹਿਲਾਂ ਤੁਹਾਨੂੰ ਭਰਨੀ ਪਵੇਗੀ, ਤਾਂ ਇਹ ਫਰਾਡ ਹੈ, ਜਿਸ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਹੁਣ ਤੱਕ ਵੱਡੀ ਗਿਣਤੀ ਲੋਕ ਅਜਿਹੇ ਫਰਾਡ ਦੇ ਕੈਨੇਡਾ ਭਰ ਦੇ ਵਿੱਚ ਸ਼ਿਕਾਰ ਹੋ ਚੁੱਕੇ ਨੇ। ਤਾਂ ਉਧਰ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਕਲੋਨਾ ਤੋਂ ਆਰਸੀਐਮਪੀ ਅਧਿਕਾਰੀਆਂ ਨੇ ਇੱਕ ਪਰਸ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਿਸ ਦਾ ਵੀ ਇਹ ਪਰਸ ਹੋਵੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ, ਕਿਉਂਕਿ ਇਸ ਦੇ ਵਿੱਚ ਕਾਫੀ ਕੈਸ਼ ਵੀ ਮੌਜੂਦ ਹੈ, ਜਿਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਇਸ ਪਰਸ ਦੇ ਮਾਲਕ ਨੂੰ ਲੱਭ ਰਹੇ ਨੇ, ਜੋ ਕਿ 1 ਮਹੀਨੇ ਦੇ ਸਮੇਂ ਤੋਂ ਲੱਭ ਰਹੇ ਨੇ, ਪਰ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ, ਜਿਸ ਕਰਕੇ ਮੀਡੀਆ ਦੇ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ 15 ਅਗਸਤ ਨੂੰ ਸ਼ਹਿਰ ਦੇ ਹਵਾਈ ਅੱਡੇ ਦੇ ਉੱਤੇ ਸਟਾਫ ਨੂੰ ਇਹ ਪਰਸ ਮਿਲਿਆ, ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਪਰਸ ਸੌਂਪ ਦਿੱਤਾ, ਪਰ ਅਜੇ ਤੱਕ ਇਸ ਦੇ ਮਾਲਕ ਨੂੰ ਨਹੀਂ ਲੱਭਿਆ ਜਾ ਸਕਿਆ। ਕਲੋਨਾ ਆਰਸੀਐਮਪੀ ਨੇ ਕਿਹਾ ਉਹਨਾਂ ਨੇ ਇਸ ਪਰਸ ਦੀ ਤਸਵੀਰ ਇਸੇ ਕਰਕੇ ਜਾਰੀ ਕੀਤੀ ਹੈ ਕਿ ਜੇਕਰ ਕਿਸੇ ਦਾ ਵੀ ਇਹ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਉਹ ਕਰ ਸਕਦੇ ਨੇ, ਜਿਸ ਦੇ ਵਿੱਚ ਕੈਸ਼ ਵੀ ਮੌਜੂਦ ਹੈ ਤੇ ਜਿਸ ਦੇ ਵਿੱਚ ਮੌਜੂਦ ਸਮਾਨ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਜਿਸ ਦਾ ਵੀ ਇਹ ਪਰਸ ਹੈ ਕਲੋਨਾ ਆਰਸੀਐਮਪੀ ਦੀ ਡਿਟੈਚਮੈਂਟ ਦੇ ਅੰਦਰ ਤੋਂ ਇਸ ਨੂੰ ਲਿਆ ਜਾ ਸਕਦਾ ਹੈ। ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਤੇ ਜੂਨ 18 ਦੇ ਦਿਨ ਗੋਲੀਆਂ ਮਾਰੀਆਂ ਗਈਆਂ ਸਨ। ਇਸ ਗੱਲ ਨੂੰ 3 ਮਹੀਨੇ ਲੰਘ ਗਏ ਨੇ ਤੇ ਹੁਣ ਆ ਕੇ ਹੀ ਕਿਉਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਸ ਤੌਰ ਤੇ ਭਾਰਤ ਤੋਂ ਪਰਤਣ ਮਗਰੋਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਤੇ 3 ਮਹੀਨੇ ਬਾਅਦ ਇੱਕ ਕੈਨੇਡੀਅਨ ਨਾਗਰਿਕ ਨੂੰ ਕੈਨੇਡਾ ਦੀ ਹੀ ਧਰਤੀ ਦੇ ਉੱਤੇ ਕਤਲ ਕਰਨ ਦੇ ਬਾਰੇ ਸਵਾਲ ਚੁੱਕੇ ਜਾ ਰਹੇ ਨੇ। ਇਹੋ ਸਵਾਲ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੀਡੀਆ ਦੇ ਵੱਲੋਂ ਕੈਨੇਡਾ ਦੇ ਵਿੱਚ ਕੀਤਾ ਗਿਆ ਤਾਂ ਇਸ ਦਾ ਜਵਾਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿੰਦੇ ਹੋਏ ਦਿੱਤਾ ਕਿ ਗਰਮੀਆਂ ਦੌਰਾਨ ਯਾਨੀ ਕਿ ਲੰਘੇ ਸਮੇਂ ਦੌਰਾਨ ਉਹ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਦੇ ਨਾਲ ਇਸ ਦੇ ਬਾਰੇ ਕਾਫੀ ਨੇੜੇ ਤੋਂ ਕੰਮ ਕਰ ਰਹੇ ਸਨ, ਜਿਨ੍ਹਾਂ ਕਿਹਾ ਕਿ ਕੁਝ ਵੀ ਕਹਿਣ ਤੋਂ ਪਹਿਲਾਂ ਉਹ ਇਹ ਸਥਾਈ ਬਣਾਉਣਾ ਚਾਹੁੰਦੇ ਸੀ ਕਿ ਉਹਨਾਂ ਕੋਲ ਠੋਸ ਆਧਾਰ ਹੋਵੇ, ਜੋ ਹੋ ਰਿਹਾ ਹੈ ਉਸ ਨੂੰ ਸਮਝਿਆ ਵੀ ਜਾ ਰਿਹਾ ਸੀ ਤੇ ਤੱਥਾਂ ਦੇ ਆਧਾਰ ਤੇ ਕੰਮ ਕੀਤਾ ਜਾ ਰਿਹਾ ਸੀ। ਜਿਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਤਾਂ ਸਮਾਂ ਲੈ ਰਹੇ ਸੀ ਤਾਂ ਕਿ ਸਾਥੀ ਦੇਸ਼ਾਂ ਦੇ ਨਾਲ ਵੀ ਇਸ ਦੇ ਬਾਰੇ ਗੱਲ ਕੀਤੀ ਜਾ ਸਕੇ, ਜੋ ਵੀ ਉਹ ਜਾਣਦੇ ਸਨ ਉਸ ਦੇ ਬਾਰੇ, ਤੇ ਉਹ ਚਾਹੁੰਦੇ ਸੀ ਕਿ ਇਸ ਦੀ ਗੰਭੀਰਤਾ ਬਾਰੇ ਭਾਰਤ ਦੇ ਨਾਲ ਵੀ ਗੱਲ ਕੀਤੀ ਜਾਵੇ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਦਾ ਇਸ ਸਭ ਦੇ ਬਾਰੇ ਜਾਣਨਾ ਹੱਕ ਹੈ ਤੇ ਇਹ ਜਾਣਨ ਦਾ ਵੀ ਕਿ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ। ਜਿਵੇਂ ਕਿ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਭਾਰਤ ਵਿੱਚ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਉੱਥੋਂ ਜਾਣ ਦੇ ਲਈ ਵੀ ਕਹਿ ਦਿੱਤਾ ਗਿਆ ਹੈ। ਬਿਲਕੁਲ ਉਸੇ ਤਰ੍ਹਾਂ ਜੋ ਕੱਲ ਕੈਨੇਡਾ ਸਰਕਾਰ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਕੈਨੇਡਾ ਦੇ ਵਿੱਚੋਂ ਇੱਕ ਭਾਰਤੀ ਡਿਪਲੋਮੈਟ ਨੂੰ ਬਰਖਾਸਤ ਕਰਨ ਦੇ ਹੁਕਮ ਦਿੱਤੇ ਗਏ ਨੇ, ਤਾਂ ਇਸ ਦੇ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੱਜ ਬਿਆਨ ਆਇਆ ਹੈ, ਜਿਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਕਾਫੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਕਿਸੇ ਨੂੰ ਭੜਕਾਉਣਾ ਨਹੀਂ ਚਾਹੁੰਦੇ ਤੇ ਨਾ ਹੀ ਮਾਮਲੇ ਨੂੰ ਵਧਾਉਣਾ ਚਾਹੁੰਦੇ ਨੇ, ਜਿਨ੍ਹਾਂ ਕਿਹਾ ਕਿ ਉਹ ਸਿਰਫ ਤੱਥਾਂ ਦੀ ਗੱਲ ਕਰ ਰਹੇ ਨੇ ਜੋ ਉਹਨਾਂ ਨੇ ਸਮਝੇ ਨੇ। ਜਸਟਿਨ ਟਰੂਡੋ ਨੇ ਕਿਹਾ ਕਿ ਇਸ ਦੇ ਬਾਰੇ ਉਹ ਭਾਰਤ ਸਰਕਾਰ ਦੇ ਨਾਲ ਕੰਮ ਕਰਨ ਦੇ ਲਈ ਤਿਆਰ ਨੇ ਕਿ ਇਸ ਦੇ ਉੱਤੇ ਸਭ ਕੁਝ ਸਾਫ਼ ਕੀਤਾ ਜਾਵੇ। ਜਿਵੇਂ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਲਜ਼ਾਮਾਂ ਤੋਂ ਬਾਅਦ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ, ਤਾਂ ਕੈਨੇਡਾ ਵਿੱਚ ਰਾਜਨੀਤਿਕ ਲੀਡਰਾਂ ਦਰਮਿਆਨ ਇੱਕ ਲਹਿਰ ਹੀ ਉੱਠ ਗਈ ਹੈ ਕਿ ਕਰੀਬ ਸਾਰੀਆਂ ਵੱਡੀਆਂ ਧਿਰਾਂ ਦੇ ਆਗੂ ਭਾਰਤ ਸਰਕਾਰ ਤੋਂ ਇਸ ਸੰਬੰਧੀ ਜਵਾਬ ਦੀ ਮੰਗ ਕਰ ਰਹੇ ਨੇ ਤੇ ਇੰਟੈਲੀਜੈਂਸ ਏਜੰਸੀਆਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸਵਾਲ ਕੀਤੇ ਜਾ ਰਹੇ ਨੇ, ਜਿਨ੍ਹਾਂ ਵੱਲੋਂ ਕੈਨੇਡਾ ਦੇ ਇੱਕ ਨਾਗਰਿਕ ਨੂੰ ਕੈਨੇਡਾ ਦੀ ਹੀ ਧਰਤੀ ਦੇ ਉੱਤੇ ਗੋਲੀਆਂ ਮਾਰ ਦੇਣ ਦੇ ਮੁੱਦੇ ਨੂੰ ਬਾਰ-ਬਾਰ ਬੇहद ਗੰਭੀਰਤਾ ਦੇ ਨਾਲ ਲੈਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਵੇਂ ਕਿ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ, ਤਾਂ ਅੱਗੇ ਭਾਰਤ ਸਰਕਾਰ ਜਾਂ ਕੈਨੇਡਾ ਸਰਕਾਰ ਵੱਲੋਂ ਕੀ ਬਿਆਨ ਜਾਂ ਕਦਮ ਚੁੱਕੇ ਜਾਂਦੇ ਨੇ ਇਹ ਦੇਖਣਾ ਹੋਵੇਗਾ। ਇਸ ਤਰ੍ਹਾਂ ਵਾਲੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ।